ਕੋਈ ਨਹੀਂ ਆਉਣਾ ਚਾਹੁੰਦਾ 32 ਜਥੇਬੰਦੀਆਂ ਦੇ ਵਿੱਚੋਂ। ਮੈਂ ਜਿਵੇਂ ਜ਼ਿਕਰ ਕੀਤਾ 117 ਵਿਅਕਤੀ, ਕਿ ਤੁਸੀਂ ਇਸ ਉੱਪਰ ਵੀ ਚਰਚਾ ਕਰਨੇ ਹੋ ਵੀ 117 ਐਮਐਲਏ ਦੇ ਰੂਪ ਵਿੱਚ ਦਿੱਤੇ ਜਾਣ ਲੋਕਾਂ ਨੂੰ, ਤੁਸੀਂ ਆਪ ਚਾਹੇ ਚੋਣ ਨਾ ਲੜੋ? ਕਿਉਂ ਨਹੀਂ ਦੇ ਸਕਦੇ? ਕੋਈ ਇਹ ਜ਼ਰੂਰੀ ਹੈ? ਕਿਹੜੀਆਂ ਰਵਾਇਤੀ ਪਾਰਟੀਆਂ ਉਹਨਾਂ ਨੇ ਰਜਿਸਟਰੀ ਕਰਾਈ ਹੋਈ ਹੈ ਵੀ ਇਹ ਗੱਦੀ ਤੇ ਬਹਿ ਸਕਦੇ ਨੇ? ਕਿਸਾਨ ਦਾ ਬੇਟਾ ਕਿਉਂ ਨਹੀਂ ਬਹਿ ਸਕਦਾ? ਮਜ਼ਦੂਰ ਦਾ ਬੇਟਾ ਕਿਉਂ ਨਹੀਂ ਬਹਿ ਸਕਦਾ? ਵਪਾਰੀ ਦਾ ਬੇਟਾ ਕਿਉਂ ਨਹੀਂ ਬਹਿ ਸਕਦਾ? ਇਹ ਕਾਰਪੈਂਟਰ ਦਾ ਬੇਟਾ ਕਿਉਂ ਨਹੀਂ ਬਹਿ ਸਕਦਾ? ਕੋਈ ਵੀ ਜਥੇਬੰਦੀਆਂ ਲੜਨਾ ਚਾਹੁੰਦਾ ਲੜ ਸਕਦਾ ਚੋਣ। ਮੈਂ ਸਾਰੀਆਂ ਹੀ ਲੜਨ ਭਾਵੇਂ, ਕੀ ਇਤਰਾਜ਼ ਹੈ? ਮੈਂ ਨਹੀਂ ਲੜਨਾ ਚਾਹੁੰਦਾ ਪਰ ਸਾਰੇ ਲੜਨ। ਹਾਂਜੀ 9:30 ਵਜੇ ਤੱਕ ਮੀਟਿੰਗ ਚੱਲੀ ਹੈ, ਕਿਹਾ ਵੀ ਜਾਣ ਲੱਗ ਪਿਆ ਵੀ ਜਿਹੜੇ ਉੱਥੇ ਆਗੂ ਹੈਗੇ ਸੀ, ਕੁਝ ਕਹਿਦੇ ਸੀ ਵੀ ਸਮਝੌਤਾ ਕਰ ਲੈਣਾ ਚਾਹੀਦਾ, ਕੁਝ ਕਹਿੰਦੇ ਵੀ ਸਿਆਸਤ ਵਾਲੇ ਪਾਸੇ ਜਾਣਾ ਚਾਹੀਦਾ। ਦੇਖੋ ਇਹ ਜਿਹੜੀਆਂ, ਮੈਂ ਤੁਹਾਨੂੰ ਇੱਕ ਗੱਲ ਕਹਾਂਗਾ, ਸਾਡੀਆਂ ਉੱਥੇ ਵੀ ਮੀਟਿੰਗਾਂ ਦਿੱਲੀ ਵੀ ਹੋਈਆਂ ਇੰਨੀਆਂ, ਤੇ ਤੁਸੀਂ ਸਾਡੀ ਅੰਦਰਲੀ ਗੱਲਾਂ ਸਾਨੂੰ ਪੁੱਛਿਆ ਕਰੋ, ਜਿੱਲੇ ਗੱਲ ਰਿਜ਼ਲਟ ਆਊਗਾ ਸਾਹਮਣੇ ਦੱਸ ਦਿਆਂਗੇ। ਜਿਹੜੀ 2000 ਕਰੋੜ ਦੀ ਗੱਲ ਕਰਦੇ ਹੋ, ਆ ਗਏ ਨੇ ਖਜ਼ਾਨੇ 'ਚ ਪੈਸੇ? ਇਹ ਹੁਣ ਸਰਕਾਰ ਨੇ ਦੇਖਣਾ, ਸਰਕਾਰ ਜਾਣੇ ਆਉਂਦਾ ਨਹੀਂ ਆਉਂਦਾ। ਅਸੀਂ ਤਾਂ ਉਹਨਾਂ ਨੂੰ ਕਿਹਾ ਕਿ ਪੂਰੇ ਦਾ ਪੂਰੇ ਤੇ ਲੀਕ ਫੇਰੋ ਭਾਈ, ਤੁਸੀਂ ਕਹੇ ਬੈਂਕ ਤੋਂ ਲਓ, ਕਾਲੇ ਚੋਰ ਕੋਲੋਂ ਲਿਆ, ਸਾਨੂੰ ਕੀ ਮਤਲਬ? ਸਾਡਾ ਤੁਸੀਂ ਵਾਅਦਾ ਕਰਕੇ ਸੱਤਾ 'ਚ ਆਇਓ ਕਿ ਸਾਰਾ ਕਰਜ਼ਾ ਮਾਫ ਕਰਾਂਗੇ, ਤੇ ਫਿਰ ਇਹ ਕੀ ਗੱਲ ਭਾਈ ਵੀ ਤੁਹਾਡੇ ਖਜ਼ਾਨਾ ਖਾਲੀ ਆ? ਨਹੀਂ ਖਾਲੀ, ਸਾਡਾ ਇਹਦੇ ਨਾਲ ਕੋਈ ਮਤਲਬ ਨਹੀਂ। ਉਹ ਕਹਿ ਦਿੱਤਾ ਉਹਨਾਂ ਨੂੰ ਸਾਡੀ ਦਰੀ ਤਿਆਰ ਆ, ਫਿਰ ਤੁਹਾਡੇ ਇੱਥੇ ਮੋਹਰੇ ਵਿਛੂਗੀ, ਤੇ ਇਸ ਕਰਕੇ ਇਹਨਾਂ ਨੂੰ ਕਰ ਦਿਓ। ਸੋ ਹੁਣ ਕਰਨਗੇ, ਕਹਿਤਾ ਡੀਜੀਪੀ ਨੇ। ਬੱਤੀ ਜਥੇਬੰਦੀਆਂ ਦੀ ਮੀਟਿੰਗ ਹੋਈ ਹੈ ਸੀਐਮ ਚੰਨੀ ਸਾਹਿਬ ਦੇ ਨਾਲ, ਕਰਜ਼ਾ ਮਾਫੀ ਲੈ ਕੇ ਜਾਂ ਹੋਰ ਵੀ ਕਿਸਾਨਾਂ ਦੇ ਜੋ ਮਸਲੇ ਸਨ ਉਸ ਨੂੰ ਲੈ ਕੇ ਮੀਟਿੰਗ ਹੋਈ ਹੈ। ਚੰਨੀ ਸਾਹਿਬ ਨੇ ਤਾਂ ਕਹਿਤਾ, ਬਹੁਤ ਜ਼ਬਰਦਸਤ ਮੀਟਿੰਗ ਹੋਈ ਹੈ ਕਿ ਵਾਕਈ ਜੋ ਕਿਸਾਨਾਂ ਦੇ ਸਿਰ ਕਰਜ਼ੇ ਹੈਗੇ ਨੇ ਉਹ ਮਾਫ ਹੋਣਗੇ। ਇੱਕ ਇੱਥੇ ਹੋਰ ਵੀ ਚਰਚਾ ਦਾ ਵਿਸ਼ਾ ਕਰਨਾ ਬਣਦਾ ਵੀ ਜਦੋਂ ਵੀ ਸਰਕਾਰ ਸੱਤਾ ਵਿੱਚ ਆਉਂਦੀ ਹੈ ਉਸ ਤੋਂ ਬਾਅਦ ਕਹਿ ਦਿੱਤਾ ਜਾਂਦਾ ਖਜ਼ਾਨਾ ਖਾਲੀ ਹੈ, ਕਿ ਵਾਕਈ ਹੁਣ ਖਜ਼ਾਨਾ ਭਰ ਗਿਆ ਜਿਸ ਨਾਲ ਕਿਸਾਨਾਂ ਦੇ ਕਰਜ਼ੇ ਮਾਫ ਹੋਣਗੇ। ਮਨਜੀਤ ਰਾਏ ਸਾਡੇ ਨਾਲ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਭਾਜੀ ਮੀਟਿੰਗ ਹੋਈ ਹੈ, ਚੰਨੀ ਸਾਹਿਬ ਨੇ ਕਹਿਤਾ ਬੜੀ ਜ਼ਬਰਦਸਤ ਮੀਟਿੰਗ ਹੋਈ ਹੈ, ਜੋ ਕਿਸਾਨਾਂ ਦੀ ਡਿਮਾਂਡ ਨੇ ਉਹ ਮੰਨ ਲਈਆਂ ਗਈਆਂ ਨੇ। ਦੇਖੋ ਚੰਨੀ ਸਾਹਿਬ ਤਾਂ ਹਰ ਮੀਟਿੰਗ 'ਚ ਕਹਿੰਦੇ ਨੇ, ਚੰਨੀ ਸਾਹਿਬ ਤਾਂ ਹਰ ਵਾਰੀ ਸਟੇਜ ਤੋਂ ਕਹਿੰਦੇ ਨੇ ਕਿ ਮੈਂ ਸਾਰਾ ਕੁਝ ਮੰਨ ਲਿਆ, ਪਰ ਉਹਨੂੰ ਅਮਲੀ ਜਾਮਾ ਪਹਿਨਾਉਣ। ਜਿਹੜੀਆਂ ਗੱਲਾਂ ਅੱਜ ਮੰਨੀਆਂ ਨੇ ਉਹਨਾਂ ਨੂੰ ਅਮਲੀ ਜਾਮਾ ਪਹਿਨਾਉਣ। ਉਹਨਾਂ ਨੇ ਇਹ ਮੰਨਿਆ, ਅਸੀਂ ਉਹਨਾਂ ਦੀ ਡਿਮਾਂਡ ਸਾਡੀ ਹੈ ਕਿ ਪੂਰਨ ਕਰਜ਼ਾ ਮਾਫੀ ਦੀ ਤੁਸੀਂ ਵਾਅਦਾ ਕੀਤਾ ਸੀ, ਤੁਹਾਡਾ ਚੋਣ ਮਨੋਰਥ ਪੱਤਰ ਹੈ, ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਪੂਰਾ ਕਰਜ਼ਾ ਮਾਫ ਕਰਾਂਗੇ ਕਿਸਾਨਾਂ ਦਾ। ਸੋ ਅਸੀਂ ਤੁਹਾਡਾ ਸੀਐਮ ਬਦਲਣਾ ਸਾਨੂੰ ਕੋਈ ਮਤਲਬ ਨਹੀਂ, ਸਾਡਾ ਕਰਜ਼ਾ ਮਾਫ ਹੋਣਾ ਚਾਹੀਦਾ। ਸੋ ਉਹਨਾਂ ਨੇ ਕਿਹਾ ਵੀ ਅਸੀਂ ਇਹ ਕਿਸ਼ਤ ਲੈ ਲਓ ਸਾਤੋਂ, ਅਸੀਂ ਕਿਸ਼ਤਾਂ 'ਚ ਕਰਨਾ ਚਾਹੁੰਦੇ ਹਾਂ, ਅਸੀਂ ਕਿਸ਼ਤਾਂ 'ਚ ਕਰ ਲਓ, ਕਰੋ ਤਾਂ ਸਹੀ। ਕਿੰਨੇ ਪੈਸੇ ਨੇ ਤੇ ਕਿੰਨੀ ਕਿਸ਼ਤ ਪਹਿਲਾਂ ਦਿੱਤੀ ਹੈ? ਹੁਣ ਕਹਿੰਦੇ ਆ ਵੀ ਅੱਜ ਜਿਹੜਾ ਹੁਣ ਪਹਿਲਾਂ ਇਹਨਾਂ ਦਾ ਹੁਣ ਤੱਕ ਜਿਹੜਾ ਕੀਤਾ ਹੋਇਆ ਉਹ 4610 ਕਰੋੜ ਰੁਪਈਆ ਜਿਹੜਾ ਹੁਣ ਤੱਕ ਕਿਸਾਨਾਂ ਦਾ ਮਾਫ ਹੋਇਆ ਸੀ, ਜਦ ਕਿ ਇਹਨਾਂ ਨੇ ਉਦੋਂ ਕਿਹਾ ਸੀ 90000 ਕਰੋੜ, ਪਰ ਹੁਣ ਤਾਂ 1.25 ਲੱਖ ਕਰੋੜ ਤੋਂ ਉੱਪਰ ਹੈ ਕਰਜ਼ਾ। ਪਰ ਉਹਨਾਂ ਨੇ ਹੁਣ ਕਿਹਾ ਵੀ ਅਸੀਂ 2000 ਕਰੋੜ ਰੁਪਈਆ ਜਿਹੜਾ ਹੁਣ ਲਗਭਗ, ਕਿਉਂਕਿ ਜੋ ਉਹਨਾਂ ਨੇ ਹੁਣ ਵਾਅਦਾ ਕੀਤਾ ਵੀ ਉਹ ਅਸੀਂ ਕਿਸਾਨਾਂ ਦਾ ਇਸ ਕਿਸ਼ਤ 'ਚ ਮਾਫ ਕਰਾਂਗੇ। ਅਸੀਂ ਕਿਹਾ ਅਸੀਂ ਇਹਨਾਂ ਸੈਟੀਸਫਾਈ ਨਹੀਂ, ਨਾ ਸਾਡੀ ਇਹ ਡਿਮਾਂਡ ਪੂਰੀ ਹੋ ਰਹੀ, ਸਾਡੀ ਮੰਗ ਉੱਤੇ ਖੜੀ ਹੈ। ਉਹ ਜੋ ਦਿੰਦੇ ਨੇ ਅਸੀਂ ਕਿਹਾ ਤੁਸੀਂ ਦਿਓ ਭਾਈ ਆਪਣੇ ਮੁਤਾਬਕ, ਪਰ ਅਸੀਂ ਤਾਂ ਤੁਹਾਡੇ ਮੋਹਰੇ ਹਰ ਵੇਲੇ ਇੱਦਾਂ ਹੀ ਮਿਲਾਂਗੇ ਕਿ ਸਾਡਾ ਪੂਰਾ ਕਰਜ਼ਾ ਮਾਫ ਕਰੋ। ਜਿਹੜੀ 2000 ਕਰੋੜ ਦੀ ਗੱਲ ਕਰਦੇ ਹੋ, ਆ ਗਏ ਨੇ ਖਜ਼ਾਨੇ 'ਚ ਪੈਸੇ? ਇਹ ਹੁਣ ਸਰਕਾਰ ਨੇ ਦੇਖਣਾ, ਸਰਕਾਰ ਜਾਣੇ ਆਉਂਦਾ ਨਹੀਂ ਆਉਂਦਾ। ਅਸੀਂ ਤਾਂ ਉਹਨਾਂ ਨੂੰ ਕਿਹਾ ਕਿ ਪੂਰੇ ਦਾ ਪੂਰੇ ਤੇ ਲੀਕ ਫੇਰੋ ਭਾਈ, ਤੁਸੀਂ ਕਹੇ ਬੈਂਕ ਤੋਂ ਲਓ, ਕਾਲੇ ਚੋਰ ਕੋਲੋਂ ਲਿਆ, ਸਾਨੂੰ ਕੀ ਮਤਲਬ? ਸਾਡਾ ਤੁਸੀਂ ਵਾਅਦਾ ਕਰਕੇ ਸੱਤਾ 'ਚ ਆਇਓ ਕਿ ਸਾਰਾ ਕਰਜ਼ਾ ਮਾਫ ਕਰਾਂਗੇ, ਤੇ ਫਿਰ ਇਹ ਕੀ ਗੱਲ ਭਾਈ ਵੀ ਤੁਹਾਡੇ ਖਜ਼ਾਨਾ ਖਾਲੀ ਆ? ਨਹੀਂ ਖਾਲੀ, ਸਾਡਾ ਇਹਦੇ ਨਾਲ ਕੋਈ ਮਤਲਬ ਨਹੀਂ। ਇਹ ਸਰਕਾਰ ਨੇ ਵੇਖਣਾ ਹੈ ਕਿ ਖਜ਼ਾਨੇ 'ਚ ਪੈਸਾ ਕਿੱਥੋਂ ਆਉਣਾ, ਰੈਵਨਿਊ ਕਿੱਥੋਂ ਇਕੱਠਾ ਹੋਣਾ। ਵਾਅਦਾ ਕਰਨ ਲੱਗੇ, ਚੋਣ ਮਨੋਰਥ ਪੱਤਰ ਤਿਆਰ ਕਰਨ ਲੱਗੇ ਲੋਕਾਂ ਨਾਲ, ਜਿਹੜੇ ਵਾਅਦੇ ਕੀਤੇ ਨੇ ਘਰ ਘਰ ਰੋਜ਼ਗਾਰ ਭੱਤਾ, ਉਹ ਕਿੱਥੋਂ ਦੇਣਾ ਹੈ? ਇਹ ਲੋਕਾਂ ਨੂੰ ਫਿਰ ਗੁੰਮਰਾਹ ਕਰਦੇ ਨੇ, ਝੂਠ ਬੋਲਦੇ ਨੇ। ਇਸ ਕਰਕੇ ਭਾਈ ਇਹ ਤਾਂ ਉਹਨਾਂ ਨੇ ਵੇਖਣਾ, ਅਸੀਂ ਤਾਂ ਇਹ ਵੇਖਣਾ ਵੀ ਸਾਡਾ ਕਿਸਾਨਾਂ ਦਾ ਪੂਰਨ ਕਰਜ਼ਾ ਕਿਵੇਂ ਮਾਫ ਹੁੰਦਾ। ਕੇਸਾਂ ਨੂੰ ਲੈ ਕੇ ਗੱਲ ਕਰੀਏ, ਪਰਾਲੀ ਸਾੜੂ ਨੂੰ ਲੈ ਕੇ ਨੌਜਵਾਨ ਲਾਲ ਕਿਲੇ ਵਿੱਚ ਗਏ, ਹੁਣ ਤੱਕ ਵੀ ਕਈਆਂ ਨੂੰ ਫੋਨ ਆ ਰਹੇ ਨੇ। ਉਹ ਕੇਸ ਬਾਰੇ ਗੱਲ ਹੋਈ ਚੰਨੀ ਸਾਹਿਬ ਦੇ ਨਾਲ, ਉਹ ਕੇਸ ਜਿਹੜੇ ਰੱਦ ਹੋਣਗੇ? ਦੇਖੋ ਪਹਿਲਾਂ ਗੱਲ ਟਰੈਕ ਤੇ ਹੀ ਬੈਠੇ ਸੀ ਕਿਸਾਨ ਜਦੋਂ, ਬਿਲਕੁਲ ਸ਼ੁਰੂ 'ਚ ਗੱਲ ਹੀ ਇੱਥੋਂ ਸ਼ੁਰੂ ਹੋਈ ਸੀ ਸਾਰੀ, ਕਿ ਭਾਈ ਜਿਹੜੇ ਤੁਸੀਂ ਹੁਣ ਤੱਕ ਜਿੰਨੇ ਕੇਸ ਦਰਜ ਕੀਤੇ ਹੋਏ ਨੇ 2020 ਦੇ 21 ਦੇ, ਉਹ ਚਾਹੇ ਟ੍ਰੇਨ ਟਰੈਕਾਂ ਤੇ ਸਨ, ਚਾਹੇ ਉਹ ਸੜਕਾਂ ਤੇ ਸਨ, ਚਾਹੇ ਉਹ ਪਰਾਲੀ ਜਲਾਉਂਦੇ ਸਮੇਂ ਸਨ, ਚਾਹੇ ਉਹ ਕਿਸੇ ਵਜ੍ਹਾ ਨਾਲ ਵੀ ਕਰੋਨਾ ਕਾਲ 'ਚ ਸਨ, ਸਾਰੇ ਦੇ ਸਾਰੇ ਜਿਹੜੇ ਉਹ ਕੇਸ ਆ ਉਹ ਤੁਸੀਂ ਰੱਦ ਕਰੋ। ਤੇ ਉਹ ਫਿਰ ਉਹਨਾਂ ਨੇ ਐਗਰੀ ਕਰ ਲਿਆ, ਡੀਜੀਪੀ ਸਾਹਿਬ ਨੂੰ ਬੁਲਾ ਲਿਆ ਸੀ, ਸਾਡੇ ਸਾਹਮਣੇ ਤਾਂ ਕਹਿ ਦਿੱਤਾ, ਹੁਣ ਅਮਲ 'ਚ ਨਹੀਂ ਆਉਂਦਾ ਉਹ ਦੇਖਦੇ ਹਾਂ, ਨਹੀਂ ਤਾਂ ਫਿਰ ਆਵਾਂਗੇ ਇਹਨਾਂ ਦੇ ਫਿਰ ਅੰਦਰ ਨੂੰ ਕਹਿ ਦਿੱਤਾ ਉਹਨਾਂ ਨੂੰ ਸਾਡੀ ਦਰੀ ਤਿਆਰ ਆ, ਫਿਰ ਤੁਹਾਡੇ ਇੱਥੇ ਮੋਹਰੇ ਵਿਛੂਗੀ, ਤੇ ਇਸ ਕਰਕੇ ਇਹਨਾਂ ਨੂੰ ਕਰ ਦਿਓ। ਸੋ ਹੁਣ ਕਰਨਗੇ, ਕਹਿ ਦਿੱਤਾ ਡੀਜੀਪੀ ਨੇ। ਅੱਛਾ ਹੁਣ ਅੰਦੋਲਨ ਦੀ ਗੱਲ ਕਰਨੀ, ਮੈਂ ਥੋੜਾ ਪਿੱਛੇ ਲੈ ਕੇ ਜਾਣਾ। ਅੰਦੋਲਨ 380 ਦਿਨ ਅੰਦੋਲਨ, 700 ਤੋਂ ਉੱਪਰ ਸ਼ਹੀਦੀਆਂ, ਇਹੋ ਜਿਹੀ ਕਿਹੜੀ ਖੱਟੀ ਮਿੱਠੀ ਯਾਦ ਹੈ ਜਾਂ ਇਹੋ ਜਿਹਾ ਕਿਹੜਾ ਤੁਹਾਡੇ ਮਨ ਵਿੱਚ ਕੋਈ ਗਿਲਾ ਸ਼ਿਕਵਾ ਹੈਗਾ ਕਿਸੇ ਪ੍ਰਤੀ ਜੋ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋਗੇ, ਜਾਂ ਕਿਸੇ ਨਾਲ ਨਾਰਾਜ਼ਗੀ ਹੋਵੇ? ਨਹੀਂ, ਸਾਡੀ ਸਰਕਾਰਾਂ ਨਾਲ ਹੀ ਨਾਰਾਜ਼ਗੀ, ਹੋਰ ਕਿਹਦੇ ਨਾਲ? ਹੋਰ ਕਿਸੇ ਨਾਲ ਨਾਰਾਜ਼ਗੀ ਨਹੀਂ।
ਸਰਕਾਰਾਂ ਨਾਲ ਨਾਰਾਜ਼ਗੀ ਆ। ਸਰਕਾਰਾਂ ਨੇ ਹੁਣ ਤੱਕ, ਚਾਹੇ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਕਿ ਅਸੀਂ ਪੂਰਨ ਕਰਜ਼ਾ ਮਾਫ ਕਰਾਂਗੇ, ਉਹਨੇ ਨਹੀਂ ਕੀਤਾ। ਚਾਹੇ ਇਹ ਤਿੰਨੋਂ ਕਾਨੂੰਨ ਨਰਿੰਦਰ ਮੋਦੀ ਲਿਆਇਆ, ਉਹਨੇ 1 ਸਾਲ ਸਵਾ ਸਾਲ ਸਾਨੂੰ ਉੱਥੇ ਬਿਠਾ ਕੇ ਰੱਖਿਆ ਸੜਕਾਂ ਤੇ, 1 ਸਾਲ 13 ਦਿਨ ਦਿੱਲੀ ਦੀਆਂ ਬਰੂਹਾਂ ਤੇ ਬਿਠਾ ਕੇ ਰੱਖਿਆ, 700 ਕਿਸਾਨ ਸਾਡਾ ਸ਼ਹੀਦ ਹੋ ਗਿਆ। ਸੋ ਸਰਕਾਰਾਂ ਨਾਲ ਹੀ ਗਿਲਾ, ਹੋਰ ਕਿਹਦੇ ਨਾਲ ਗਿਲਾ ਸਾਡਾ, ਹੋਰ ਕਿਸੇ ਨਾਲ ਕੋਈ ਗਿਲਾ ਨਹੀਂ। ਅੱਛਾ, ਹੁਣ ਸਭ ਤੋਂ ਅਹਿਮ ਸਵਾਲ ਜਿਹੜਾ ਲੋਕ ਪੁੱਛਣਾ ਚਾਹੁੰਦੇ ਨੇ, ਐਸਕੇਐਮ ਕੱਲ ਤੁਹਾਡੀ ਮੀਟਿੰਗ ਹੋਈ ਹੈ, ਕੋਈ ਸਿੱਟਾ ਨਿਕਲਿਆ ਰਾਜਨੀਤੀ ਪੱਖੋਂ? ਜਾਂ ਸਭ ਤੋਂ ਅਹਿਮ ਸਵਾਲ, ਜੇ ਤੁਸੀਂ ਸਿਆਸਤ ਨਹੀਂ ਕਰਨੀ, 117 ਚਿਹਰੇ ਤੁਸੀਂ ਦੇ ਸਕਦੇ ਹੋ ਪੰਜਾਬ ਦੇ ਲੋਕਾਂ ਨੂੰ? ਇਹਦੇ ਬਾਰੇ ਆਉਣ ਵਾਲੇ ਦਿਨਾਂ 'ਚ ਵਿਚਾਰ ਕਰਕੇ ਦੱਸਾਂਗੇ। ਹਜੇ ਬੱਤੀ ਇਕੱਠੇ ਹੋਣਗੇ, ਉਹਦੇ ਬਾਰੇ ਚਰਚਾ ਹੋਊਗੀ। ਸਾਡੀ ਕੱਲ ਬੱਤੀਆਂ ਦੀ ਮੀਟਿੰਗ ਹੈ। ਦੇਖੋ, ਕੱਲ ਮੀਟਿੰਗ ਹੋ ਗਈ ਸੀ, ਉਹਦੇ 'ਚ ਕੀ ਫੈਸਲਾ ਹੈ? ਨਹੀਂ, ਉਹ ਤਾਂ ਇਹਦੇ ਬਾਰੇ ਸੀ ਮੀਟਿੰਗ ਜਿਹੜੀ ਕੱਲ ਸੀ। ਉਹ ਤਾਂ ਜਿਹੜੀ ਚੰਨੀ ਦੇ ਨਾਲ ਅਸੀਂ ਗੱਲਾਂ ਬਾਤਾਂ ਕਰਨੀਆਂ ਸਨ ਸੀਐਮ ਸਾਹਿਬ ਨਾਲ, ਉਹਦੇ ਬਾਰੇ ਚਰਚਾ ਸੀ। ਉਹ ਤਾਂ ਜਿਹੜੀ ਅਸਲੀ ਚਰਚਾ ਹੋਣੀ ਉਹ ਕੱਲ ਹੋਣੀ ਬੱਤੀਆਂ ਦੇ ਵਿੱਚ। ਕਿੰਨੇ ਸਿਆਸਤ ਵਾਲੇ ਪਾਸੇ ਜਾਣਾ ਹੈ, ਕਿੰਨੇ ਐਸਕੇਐਮ ਦੇ ਨਾਲ ਦਾ? ਹਾਂ, ਉਹਦੇ ਬਾਰੇ ਆਪਾਂ ਨੂੰ ਕੀ, ਲੋਕਾਂ ਨੂੰ ਕੀ ਸੰਦੇਸ਼ ਦੇਣਾ ਆਉਣ ਵਾਲੇ ਸਮੇਂ 'ਚ? ਲੋਕ ਮੰਗਦੇ ਨੇ, ਡਿਮਾਂਡ ਹੈ ਲੋਕਾਂ ਦੀ ਵੀ ਤੁਸੀਂ ਸਾਨੂੰ ਦੱਸੋ। ਸੋ ਲੋਕਾਂ ਨੂੰ ਕੀ ਸੁਨੇਹਾ ਦੇਣਾ? ਹਾਂਜੀ, 9 9:30 ਵਜੇ ਤੱਕ ਮੀਟਿੰਗ ਚੱਲੀ ਹੈ। ਕਿਹਾ ਵੀ ਜਾਣ ਲੱਗ ਪਿਆ ਵੀ ਜਿਹੜੇ ਉੱਥੇ ਆਗੂ ਹੈਗੇ ਸੀ, ਕੁਝ ਕਹਿਦੇ ਸੀ ਵੀ ਸਮਝੌਤਾ ਕਰ ਲੈਣਾ ਚਾਹੀਦਾ, ਕੁਝ ਕਹਿੰਦੇ ਵੀ ਸਿਆਸਤ ਵਾਲੇ ਪਾਸੇ ਜਾਣਾ ਚਾਹੀਦਾ। ਦੇਖੋ, ਇਹ ਜਿਹੜੀਆਂ, ਮੈਂ ਤੁਹਾਨੂੰ ਇੱਕ ਗੱਲ ਕਹਾਂਗਾ, ਸਾਡੀਆਂ ਉੱਥੇ ਵੀ ਮੀਟਿੰਗਾਂ ਦਿੱਲੀ ਵੀ ਹੋਈਆਂ ਇੰਨੀਆਂ, ਤੇ ਤੁਸੀਂ ਸਾਡੀ ਅੰਦਰਲੀ ਗੱਲ ਨਾ ਸਾਨੂੰ ਪੁੱਛਿਆ ਕਰੋ, ਜਿੱਲੇ ਗੱਲ ਰਿਜ਼ਲਟ ਆਊਗਾ ਸਾਹਮਣੇ ਦੱਸ ਦਿਆਂਗੇ। ਚਲੋ ਇੱਕ ਹੋਰ ਸਵਾਲ ਹੈ। ਚਲੋ ਲੋਕ ਤਾਂ ਚਲੋ ਲੋਕਾਂ ਦੇ ਸਵਾਲ ਕਰਨੇ, ਲੋਕ ਤੁਹਾਡੇ ਨਾਲ ਗਏ ਉੱਥੇ, ਪੂਰਾ ਅਲੱਗ-ਅਲੱਗ ਸੂਬੇ ਦੇ ਲੋਕ ਆ ਕੇ ਖੜੇ, ਫਿਰ ਲੋਕਾਂ ਦੇ ਮਨ 'ਚ ਬੜੇ ਸਵਾਲ ਹੁੰਦੇ। ਅਸੀਂ ਵੀ ਲੋਕਾਂ ਕੋਲ ਜਾਂਦੇ ਹਾਂ ਪਿੰਡਾਂ ਦੇ ਵਿੱਚ, ਇੱਕ ਹੋਰ ਚਰਚਾ ਹੁੰਦੀ ਹੈ ਵੀ ਚਲੋ ਕੋਈ ਨਹੀਂ ਆਉਣਾ ਚਾਹੁੰਦਾ 32 ਜਥੇਬੰਦੀਆਂ ਦੇ ਵਿੱਚੋਂ। ਮੈਂ ਜਿਵੇਂ ਜ਼ਿਕਰ ਕੀਤਾ 117 ਵਿਅਕਤੀ, ਕਿ ਤੁਸੀਂ ਇਸ ਉੱਪਰ ਵੀ ਚਰਚਾ ਕਰਨੇ ਹੋ ਵੀ 117 ਐਮਐਲਏ ਦੇ ਰੂਪ ਵਿੱਚ ਦਿੱਤੇ ਜਾਣ ਲੋਕਾਂ ਨੂੰ, ਤੁਸੀਂ ਆਪ ਚਾਹੇ ਚੋਣ ਨਾ ਲੜੋ? ਕਿਉਂ ਨਹੀਂ ਦੇ ਸਕਦੇ? ਕੋਈ ਇਹ ਜ਼ਰੂਰੀ ਹੈ? ਕਿਹੜੀਆਂ ਰਵਾਇਤੀ ਪਾਰਟੀਆਂ ਉਹਨਾਂ ਨੇ ਰਜਿਸਟਰੀ ਕਰਾਈ ਹੋਈ ਹੈ ਭਈ ਇਹ ਗੱਦੀ ਤੇ ਬਹਿ ਸਕਦੇ ਨੇ? ਕਿਸਾਨ ਦਾ ਬੇਟਾ ਕਿਉਂ ਨਹੀਂ ਬਹਿ ਸਕਦਾ? ਮਜ਼ਦੂਰ ਦਾ ਬੇਟਾ ਕਿਉਂ ਨਹੀਂ ਬਹਿ ਸਕਦਾ? ਵਪਾਰੀ ਦਾ ਬੇਟਾ ਕਿਉਂ ਨਹੀਂ ਬਹਿ ਸਕਦਾ? ਇਹ ਕਾਰਪੈਂਟਰ ਦਾ ਬੇਟਾ ਕਿਉਂ ਨਹੀਂ ਬਹਿ ਸਕਦਾ? ਸੋ ਇਹ ਭਾਈ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਮੈਂ ਪਹਿਲਾਂ ਬਹੁਤ ਵਾਰੀ ਕਿਹਾ ਕਿ ਸਮਾਂ ਹਮੇਸ਼ਾ ਵਕਤ ਫੈਸਲੇ ਕਰਿਆ ਕਰਦਾ। ਆਉਣ ਦਿਓ ਵਕਤ, ਵੀ ਲੋੜ ਪੈਣ ਤੇ ਦੇ ਸਕਦੇ ਹੋ ਚਾਹੇ 117? ਬਹੁਤ ਕੁਝ ਹੋ ਸਕਦਾ, ਆਉਣ ਵਾਲੇ ਸਮਾਂ ਦੱਸੋ। ਅੱਛਾ, ਜੇ ਕੋਈ ਐਸਕੇਐਮ ਵਿੱਚੋਂ ਕੋਈ ਜਥੇਬੰਦੀ ਲੜ ਲੈਂਦੀ ਹੈ ਚੋਣ, ਫਿਰ ਉਸਦਾ ਬਾਈਕਾਟ ਦੁਬਾਰਾ ਆ ਨਹੀਂ ਸਕਦਾ ਵਾਪਸ? ਜੇ ਮੰਨ ਲਓ ਇਹ ਐਵੇਂ ਹੋ ਜਾਂਦਾ? ਨਹੀਂ, ਦੇਖੋ, ਮੈਂ ਇਹ ਗੱਲ ਕਹਾਂਗਾ, ਜੇ ਸੱਤਾ ਦੇ ਵਿੱਚ ਆਉਣਾ ਕੋਈ ਗੁਨਾਹ ਨਹੀਂ, ਉਹ ਤਾਂ ਬਾਈਕਾਟ ਇਸ ਕਰਕੇ ਕੀਤਾ ਸੀ ਭਈ ਭਾਈ ਜਿੰਨਾ ਚਿਰ ਸੰਘਰਸ਼ ਚੱਲ ਰਿਹਾ, ਅੰਦੋਲਨ ਚੱਲ ਰਿਹਾ, ਅੰਦੋਲਨ ਦੀ ਕੀਮਤ ਤੇ ਸੱਤਾ ਦਾ ਬਦਲਾਅ ਕਤਈ ਮਨਜ਼ੂਰ ਨਹੀਂ। ਇਹੋ ਜਿਹਾ ਅੰਦੋਲਨ 50 ਸਾਲ ਨਹੀਂ ਖੜਾ ਹੋਣਾ, ਸੱਤਾ 25 ਸਾਲ ਨਹੀਂ ਬਦਲ ਲਾਂਗੇ। ਇਸ ਕਰਕੇ ਸਾਡਾ ਵਿਰੋਧ ਸੀ। ਹੁਣ ਅੰਦੋਲਨ ਜਿੱਤ ਕੇ ਆ ਗਏ ਭਾਈ, ਹੁਣ ਕਦੇ ਵਿਰੋਧ ਕਰਾਂਗੇ? ਲੋਕਤੰਤਰ ਹੈ, ਹਰ ਇੱਕ ਨੂੰ ਹੱਕ ਹੈ। ਕੋਈ ਵੀ ਜਥੇਬੰਦੀ ਲੜਨਾ ਚਾਹੁੰਦਾ ਲੜ ਸਕਦਾ ਚੋਣ? ਮੈਂ ਸਾਰੀਆਂ ਹੀ ਲੜਨ, ਭਾਵੇਂ ਕੀ ਇਤਰਾਜ਼ ਹੈ? ਮੈਂ ਨਹੀਂ ਲੜਨਾ ਚਾਹੁੰਦਾ, ਪਰ ਸਾਰੇ ਲੜਨ। ਅੱਛਾ, ਚਲੋਨੀ ਸਾਹਿਬ ਨੇ ਅਲੱਗ ਜਥੇਬੰਦੀ ਹੈਗੀ ਸੀ ਉਹਨਾਂ ਦੀ ਹਰਿਆਣੇ ਦੀ, ਇੱਥੇ ਆ ਕੇ ਅਨਾਉਂਸਮੈਂਟ ਕਰਤੀ 117 ਸੀਟਾਂ ਤੇ ਚੋਣ ਲੜਨ ਜਾ ਰਹੇ ਨੇ, ਕੀ ਸਾਥ ਦੋਗੇ ਉਹਨਾਂ ਦਾ? ਦੇਖੋ, ਬੇਨਤੀ ਹੈ ਵੀ ਚਲੂਨੀ ਸਾਹਿਬ ਵੀ ਸਾਡੇ ਨੇ ਚਲੂਨੀ ਸਾਹਿਬ, ਉਹ ਕੋਈ ਬਗਾਨੇ ਨਹੀਂ। ਜੇ ਉਹ ਲੜਨਾ ਚਾਹੁੰਦੇ ਨੇ ਤੇ ਕੋਈ ਹਰਜ ਨਹੀਂ, ਲੜਨ। ਉਹ ਵੀ ਲੋਕਤੰਤਰ ਹੈ, ਹਰ ਇੱਕ ਨੂੰ ਅਧਿਕਾਰ। ਸਾਥ ਦੋਗੇ? ਦੇਖੋ, ਸਾਥ ਦੀ ਗੱਲ ਤਾਂ ਬੈਠ ਕੇ ਡਿਸਕਸ ਹੋਊਗੀ, ਬੈਠ ਕੇ ਡਿਸਕਸ ਹੋਊਗੀ। ਤੁਸੀਂ ਸਾਰੀ ਗੱਲਬਾਤ ਸੁਣੀ। ਸਾਡੇ ਨਾਲ ਮੌਜੂਦ ਸਨ ਮਨਜੀਤ ਰਾਏ। ਕਹਿ ਦਿੰਦੇ 117 ਸੀਟਾਂ 'ਤੇ ਜੇ ਲੋੜ ਪੈ ਗਈ ਤਾਂ ਉੱਥੇ ਉਹ ਲੋਕ ਦੇ ਵੀ ਸਕਦੇ ਨੇ ਜੋ ਲੋਕਾਂ ਦੀ ਡਿਮਾਂਡ ਹੈਗੀ ਹੈ। ਬਾਕੀ ਹਲੇ ਜਥੇਬੰਦੀ ਮੀਟਿੰਗ 'ਚ ਫੈਸਲਾ ਹੋਊਗਾ ਵੀ ਕਿਸ ਤਰੀਕੇ ਨਾਲ ਉਹ ਅੱਗੇ ਜਾ ਕੇ ਪੰਜਾਬ ਦੀ ਰੂਪ ਰੇਖਾ ਜਾਂ ਸਿਆਸਤ ਵੱਲ ਕਦਮ ਰੱਖਣਗੇ।